Good morning, students. In this lecture, we discuss chapter number 13 Monopolistic Competition. First, we discuss what is imperfect competition. ਅਸੀਂ ਆਪਣੇ ਪ੍ਰੀਵੀਅਸ ਲੈਕਚਰ ਵਿੱਚ ਆਲਰੇਡੀ ਟੂ ਐਕਸਟ੍ਰੀਮ ਸਿਚੁਏਸ਼ਨ ਆਫ ਮਾਰਕੀਟ ਨੂੰ ਸਟੱਡੀ ਕਰ ਚੁੱਕੇ ਆ ਲਾਈਕ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪਲੀ ਬਟ ਦ ਰੀਅਲ ਲਾਈਫ ਸਿਚੁਏਸ਼ਨ ਇਜ਼ ਦ ਮਿਡ ਵੇ ਬਿਟਵੀਨ ਥੀਸ ਟੂ ਐਕਸਟ੍ਰੀਮਸ ਉਸਨੂੰ ਕੀ ਕਿਹਾ ਜਾਂਦਾ ਹੈ ਦਿਸ ਇਜ਼ ਇੰਪਰਫੈਕਟ ਕੰਪੀਟੀਸ਼ਨ ਇੰਪਰਫੈਕਟ ਕੰਪੀਟੀਸ਼ਨ ਸਿਚੁਏਸ਼ਨ ਦੀ ਜਿਹੜੀ ਸਭ ਤੋਂ ਪਹਿਲਾਂ ਸਟੱਡੀ ਕਿਸ ਨੇ ਕੀਤਾ ਸੀ 1933 ਦੇ ਵਿੱਚ ਮਿਸਿਸ ਜੌਨ ਰੋਬਿਨਸਨ ਨੇ ਕੀਤਾ ਸੀਗਾ ਉਸ ਤੋਂ ਬਾਅਦ ਪ੍ਰੋਫੈਸਰ ਚੈਂਬਰਲੇਨ ਨੇ According to Professor Fairchild, if a market is unorganized, if buyers and sellers find difficulty in contacting one another, if they fail to compare the products bought by them, and if they can't compare the price paid by them, we face a situation of imperfect competition. ਦੈਟ ਮੀਨਸ ਕਿ ਅਗਰ ਜਿਹੜੀ ਮਾਰਕੀਟ ਅਨਔਰਗਨਾਈਜ਼ਡ ਆ ਕਿ ਬਾਇਰਸ ਜਿਹੜਾ ਵੀ ਪ੍ਰੋਡਕਟ ਖਰੀਦਦੇ ਆ ਉਸਨੂੰ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਉਸਦੀ ਕੁਆਲਿਟੀ ਕੀ ਹੈ ਕੀ ਨਹੀਂ ਆ ਐਂਡ ਜਿਹੜਾ ਪ੍ਰਾਈਸ ਪੇ ਕਰਦੇ ਆ ਉਸਨੂੰ ਵੀ ਕੰਪੇਅਰ ਨਹੀਂ ਕਰ ਸਕਦੇ ਦੈਨ ਉਸ ਸਿਚੁਏਸ਼ਨ ਨੂੰ ਕੀ ਕਿਹਾ ਜਾਂਦਾ ਹੈ ਇੰਪਰਫੈਕਟ ਕੰਪੀਟੀਸ਼ਨ ਕਿਹਾ ਜਾਂਦਾ ਹੈ ਜਿਹੜਾ ਇੰਪਰਫੈਕਟ ਕੰਪੀਟੀਸ਼ਨ ਹੈ ਇੱਕ ਵਾਈਡ ਟਰਮ ਆ ਦੈਟ ਇਨਕਲੂਡਸ ਫੋਲੋਇੰਗ ਸਿਚੁਏਸ਼ਨ ਆਫ ਮਾਰਕੀਟ ਫਸਟ ਇਜ਼ ਮੋਨੋਪੋਲਿਸਟਿਕ ਕੰਪੀਟੀਸ਼ਨ ਜਿਸ ਵਿੱਚ ਨੰਬਰ ਆਫ ਸੇਲਰਸ ਕੁਆਇਟ ਲਾਰਜ ਹੁੰਦੇ ਆ ਓਲੀਗੋਪੋਲੀ ਜਿਸ ਵਿੱਚ ਜਿਹੜੇ ਸੇਲਰਸ ਆ ਫਿਊ ਹੁੰਦੇ ਆ ਥੋੜ੍ਹੇ ਨੰਬਰ ਵਿੱਚ ਸੇਲਰਸ ਹੁੰਦੇ ਆ ਐਂਡ ਡਿਊਪੋਲੀ ਜਿਸ ਵਿੱਚ ਸਿਰਫ 2 ਹੀ ਸੇਲਰਸ ਹੁੰਦੇ ਆ ਇਨ ਦਿਸ ਚੈਪਟਰ ਵੀ ਡਿਸਕਸ ਮੋਨੋਪੋਲਿਸਟਿਕ ਕੰਪੀਟੀਸ਼ਨ ਨਾਓ ਵਟ ਇਜ਼ ਮੋਨੋਪੋਲਿਸਟਿਕ ਕੰਪੀਟੀਸ਼ਨ ਜਿਹੜਾ ਮੋਨੋਪੋਲਿਸਟਿਕ ਕੰਪੀਟੀਸ਼ਨ ਦਾ ਕਨਸੈਪਟ ਸੀ ਉਹ ਪ੍ਰੈਜ਼ੈਂਟ ਕੀਤਾ ਸੀ ਸਭ ਤੋਂ ਪਹਿਲਾਂ ਅਮੈਰੀਕਨ ਇਕੋਨਮਿਸਟ ਨੇ ਪ੍ਰੋਫੈਸਰ E.H. ਚੈਂਬਰਲਿਨ ਨੇ ਇਨ ਹਿਜ਼ ਬੁੱਕ ਥਿਊਰੀ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ ਜੋ ਕਿ ਪਬਲਿਸ਼ ਹੋਈ ਸੀ 1933 ਦੇ ਵਿੱਚ ਮੋਨੋਪੋਲਿਸਟਿਕ ਕੰਪੀਟੀਸ਼ਨ ਉਸ ਮਾਰਕੀਟ ਸਟਰਕਚਰ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਕੋਮੋਡਿਟੀ ਦੇ ਬਹੁਤ ਸਾਰੇ ਸੇਲਰਸ ਹੁੰਦੇ ਆ ਬਟ ਹਰ ਇੱਕ ਦਾ ਜਿਹੜਾ ਪ੍ਰੋਡਕਟ ਆ ਉਹ ਡਿਫਰੈਂਸ ਹੁੰਦਾ ਆ The product differentiation is the hallmark of monopolistic competition. That means ਕਿ ਹਰ ਇੱਕ ਸੇਲਰਸ ਦਾ ਪ੍ਰੋਡਕਟ ਡਿਫਰੈਂਟ ਹੋ ਸਕਦਾ ਕਿ ਉਹ ਸ਼ੇਪ ਵਾਈਜ਼ ਡਿਫਰੈਂਟ ਹੋਵੇ ਕਲਰ ਵਾਈਜ਼ ਡਿਫਰੈਂਟ ਹੋ ਸਕਦਾ ਕੁਆਲਿਟੀ ਵਾਈਜ਼ ਡਿਫਰੈਂਟ ਹੋ ਸਕਦਾ ਹੈ ਠੀਕ ਹੈ ਟ੍ਰੇਡਮਾਰਕਸ ਅਲੱਗ ਹੋ ਸਕਦਾ ਹੈ ਫੋਰ ਐਗਜ਼ਾਮਪਲ ਜਿਹੜੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਆ ਕਿ ਫਰਮ ਪ੍ਰੋਡਿਊਸਿੰਗ ਵੈਰਾਈਟੀ ਆਫ ਟੂਥਪੇਸਟ ਸੱਚ ਐਸ ਕੋਲਗੇਟ ਹੋ ਗਿਆ ਪੈਪਸੂਡੈਂਟ ਹੋ ਗਿਆ ਬਿਨਾਕਾ ਮਤਲਬ ਕਿ ਪ੍ਰੋਡਕਟ ਦਾ ਇੱਕ ਹੀ ਤਰ੍ਹਾਂ ਦਾ ਠੀਕ ਹੈ ਇੱਕ ਹੀ ਚੀਜ਼ ਕੰਮ ਕਰਦਾ ਬਟ ਉਹ ਕੁਆਲਿਟੀ ਵਾਈਜ਼ ਪੈਕਿੰਗ ਵਾਈਜ਼ ਸਭ ਡਿਫਰੈਂਟ ਆ ਇੱਕ ਐਗਜ਼ਾਮਪਲ ਆ ਮੋਨੋਪੋਲਿਸਟਿਕ ਕੰਪੀਟੀਸ਼ਨ ਮਾਰਕੀਟ ਦੀ ਇਨ ਦਿਸ ਟਾਈਪ ਆਫ ਮਾਰਕੀਟ a firm enjoys some feature of monopoly and some feature of ਕੰਪੀਟੀਸ਼ਨ ਫੋਰ ਐਗਜ਼ਾਮਪਲ ਕਿ ਹਿੰਦੁਸਤਾਨ ਲੀਵਰ ਲਿਮਿਟਡ ਕੰਪਨੀ ਆ ਉਹ ਮੋਨੋਪਲੀ ਰਾਈਟ ਨੂੰ ਇੰਜੋਏ ਕਰਦੀਆਂ ਬਿਕੋਜ਼ ਉਹਨਾਂ ਨੇ ਟ੍ਰੇਡਮਾਰਕ ਲਿਆ ਹੋਇਆ ਲਕਸ ਕੰਪਨੀ ਦਾ ਠੀਕ ਆ ਲਕਸ ਨਾਮ ਦਾ ਕਿ ਕੋਈ ਵੀ ਹੋਰ ਫਰਮ ਕੰਟਰੀ ਦੇ ਵਿੱਚ ਇਸ ਨਾਮ ਦੇ ਉੱਪਰ ਆਪਣੇ ਬਾਥ ਸੋਪ ਨੂੰ ਲਾਂਚ ਨਹੀਂ ਕਰ ਸਕਦੀ ਲਕਸ ਦੇ ਨਾਮ 'ਤੇ ਹਾਊਐਵਰ ਦ ਅਦਰ ਫਰਮਸ ਕਿ ਮੈਨੂਫੈਕਚਰ ਕਰ ਸਕਦੀਆਂ ਆਪਣੇ ਬਾਥਿੰਗ ਸੋਪਸ ਬਟ ਉਹ ਆਪਣਾ ਜਿਹੜਾ ਸੇਲ ਕਰੂੰਗੀ ਆਪਣੇ ਸੋਪ ਨੂੰ ਅੰਡਰ ਡਿਫਰੈਂਟ ਟ੍ਰੇਡ ਮਾਰਕਸ 'ਤੇ ਹੋ ਗਿਆ ਸੱਚ ਐਜ਼ ਹਮਾਮ ਡਿਟੋਲ ਹੋ ਗਿਆ ਐਕਸੈਟਰਾ ਇਨ ਅਦਰ ਵਰਡਸ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਦੂਸਰੀ ਫਰਮਸ ਨੂੰ ਫਰੀਡਮ ਹੁੰਦੀ ਆ ਕਿ ਉਹ ਸਬਸਟੀਟਿਊਟ ਨੂੰ ਪ੍ਰੋਡਿਊਸ ਕਰ ਸਕਦੀ ਆ ਲਕਸ ਸੋਪ ਦੇ ਮਤਲਬ ਕਿ ਬਿਲਕੁਲ ਲਕਸ ਦਾ ਨੇਮ ਨਹੀਂ ਯੂਜ਼ ਕਰ ਸਕਦੀ ਉਸੇ ਥੋੜ੍ਹੀ ਬਹੁਤ ਕੁਆਲਿਟੀ 'ਚ ਡਿਫਰੈਂਸ ਜਿੱਦਾਂ ਵੀ ਮਰਜ਼ੀ ਉਹ ਆਪਣਾ ਡਿਫਰੈਂਟ ਪ੍ਰੋਡਕਟ ਨੂੰ ਲਾਂਚ ਕਰ ਸਕਦੀ ਆ ਜੋ ਕਿ ਲਕਸ ਵਰਗਾ ਹੋ ਸਕਦਾ ਹੈ ਇਸ ਤਰ੍ਹਾਂ ਮੋਨੋਪਲੀ ਅਤੇ ਪਰਫੈਕਟ ਕੰਪੀਟੀਸ਼ਨ ਦੋਨਾਂ ਦੇ ਕਰੈਕਟਰਿਸਟਿਕਸ ਇਸ ਮਾਰਕੀਟ ਦੇ ਵਿੱਚ ਫਾਊਂਡ ਕੀਤੇ ਜਾਂਦੇ ਆ ਪਰਫੈਕਟ ਕੰਪੀਟੀਸ਼ਨ ਦੇ ਅੰਦਰ ਜਿਹੜੇ ਨੰਬਰ ਆਫ ਸੇਲਰਸ ਉਹ ਬਹੁਤ ਹੀ ਲਾਰਜ ਹੁੰਦੇ ਆ ਦੈਟ ਇਜ਼ ਅਨਲਿਮਿਟਡ ਹੁੰਦੇ ਆ ਵੇਅਰ ਐਜ਼ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਅੰਡਰ ਜਿਹੜੇ ਨੰਬਰ ਆਫ ਫਰਮਸ ਜਾਂ ਸੇਲਰਸ ਹੁੰਦੇ ਆ ਉਹ ਲਾਰਜ ਹੁੰਦੇ ਆ ਬਟ ਲਿਮਿਟਡ ਹੁੰਦੇ ਆ ਦੇਅਰ ਇਜ਼ ਡਿਫਰੈਂਸ ਅਮੰਗ ਦਾ ਪ੍ਰੋਡਕਸ਼ਨ ਆਫ ਦਾ ਪ੍ਰੋਡਿਊਸਰ Now, definition according to J.S. Benz, monopolistic competition is market structure where there is a large number of small sellers selling differentiated but close substitutes product ਕਿ monopolistic competition ਉਸ market structure ਨੂੰ ਕਿਹਾ ਜਾਂਦਾ ਹੈ ਜਿਸ ਵਿੱਚ large number of small sellers ਹੁੰਦੇ ਆ ਜਿਹੜੇ ਕਿ ਸੇਲ ਕਰਦੇ ਆ different products ਨੂੰ ਬਟ ਜਿਹੜੇ ਉਹ ਕੀ ਹੁੰਦੇ ਇੱਕ ਦੂਸਰੇ ਦੇ close substitutes ਹੁੰਦੇ ਆ Now next is characteristics or assumptions of monopolistic competition.
First is large number of firms and buyers. Under monopolistic competition ਕਿ ਜਿਹੜੇ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਆ ਜੋ ਕਿ ਡਿਫਰੈਂਸ਼ੀਅਲ ਪ੍ਰੋਡਕਟ ਨੂੰ ਪ੍ਰੋਡਿਊਸ ਕਰਦੀਆਂ ਐਂਡ ਲਾਰਜ ਨੰਬਰ ਆਫ ਬਾਇਰਸ ਵੀ ਹੁੰਦੇ ਆ. Second point is product differentiation. Product differential is a very important feature of monopolistic competition. Product differentiation refers to that situation wherein the buyers can distinguish one product from the other in own way or the other. ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀ ਨੰਬਰ ਆਫ ਫਰਮਸ ਲਾਰਜ ਹੁੰਦੀਆਂ ਜਿਹੜੇ ਉਹ ਹਰ ਇੱਕ ਫਰਮਸ ਆਪਣੇ ਪ੍ਰੋਡਕਟ ਡਿਫਰੈਂਟ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਦੀਆਂ ਫਿਰ ਵੀ ਜਿਹੜੇ ਉਹਨਾਂ ਦੇ ਪ੍ਰੋਡਕਟ ਉਹ ਕਲੋਜ਼ ਸਬਸਟੀਟਿਊਟਸ ਹੁੰਦੇ ਆ ਪਰ ਡਿਫਰੈਂਟ ਹੁੰਦੇ ਆ. ਪ੍ਰੋਡਕਟ ਡਿਫਰੈਂਸ਼ੀਏਸ਼ਨ ਅਰਾਈਜ਼ ਹੁੰਦਾ ਡਿਊ ਟੂ ਡਿਫਰੈਂਸ ਕੀ ਹੋ ਸਕਦੀ ਸ਼ੇਪ ਵਾਈਜ਼ ਡਿਫਰੈਂਸ ਹੋ ਸਕਦੇ ਆ, ਕਲਰ ਵਾਈਜ਼ ਡਿਫਰੈਂਸ ਹੋ ਸਕਦੇ ਆ, ਡਿਊਰੇਬਿਲਿਟੀ ਅਕੋਰਡਿੰਗ ਡਿਫਰੈਂਸ ਹੋ ਸਕਦੇ ਆ, ਕੁਆਲਿਟੀ ਵਾਈਜ਼, ਸਾਈਜ਼ ਵਾਈਜ਼ ਐਕਸੈਕਟਰਾ. ਠੀਕ ਆ. ਦੇਅਰ ਆਰ ਮੈਨੀ ਇੰਸਟੈਂਸ ਆਫ ਪ੍ਰੋਡਕਟ ਡਿਫਰੈਂਸ਼ੀਏਸ਼ਨ ਸੱਚ ਐਜ਼ ਲਕਸ ਸਾਬਣ ਹੈ. ਠੀਕ ਹੈ. ਸਾਰਿਆਂ ਦਾ ਸਾਰੇ ਸੋਪ ਆ ਬਟ ਸਾਰੇ ਕੁਆਲਿਟੀ ਵਾਈਜ਼, ਪੈਕਿੰਗ ਵਾਈਜ਼, ਟ੍ਰੇਡਮਾਰਕ ਵਾਈਜ਼ ਸਾਰੇ ਡਿਫਰੈਂਟ ਆ. ਠੀਕ ਆ. ਪ੍ਰੋਡਕਸ਼ਨ ਸਭ ਦਾ ਅਲੱਗ ਆ ਬਟ ਇਹ ਕੀ ਹੈ ਕਲੋਜ਼ ਸਬਸਟੀਟਿਊਟ ਆ ਸਾਰੇ ਇੱਕ ਦੂਸਰੇ ਦਾ. ਫੋਰ ਐਗਜ਼ਾਮਪਲ ਲਕਸ, ਗੋਦਰੇਜ, ਹਮਾਮ ਸਾਬਣ ਹੋ ਗਿਆ, ਰੈਕਸੋਨਾ ਹੋ ਗਿਆ ਐਕਸੈਕਟਰਾ. ਇਹ ਸਾਰੇ ਕੀ ਆ ਬਾਥਿੰਗ ਸੋਪ ਆ ਬਟ ਕੁਆਲਿਟੀ ਵਾਈਜ਼ ਸਾਈਜ਼ ਵਾਈਜ਼ ਇਹ ਸਾਰੇ ਕੀ ਆ ਪੈਕਿੰਗ ਵਾਈਜ਼ ਡਿਫਰੈਂਟ ਆ. ਠੀਕ ਆ. ਸਿਮਿਲਰਲੀ ਇਸੇ ਤਰ੍ਹਾਂ ਕੋਲਗੇਟ ਹੋ ਗਿਆ, ਪੈਪਸੋਡੈਂਟ ਹੋ ਗਿਆ ਜਾਂ ਕੋਲਡ ਡਰਿੰਕ ਹੋ ਗਈ. ਠੀਕ ਆ. ਕੋਕ ਹੋ ਗਈ, ਪੈਪਸੀ ਹੋ ਗਈ. ਸਾਰੇ ਕੀ ਆ ਡਿਫਰੈਂਟ ਪ੍ਰੋਡਕਟ ਆ ਬਟ ਇੱਕ ਦੂਸਰੇ ਦੇ ਕਲੋਜ਼ ਸਬਸਟੀਟਿਊਟ ਆ. ਥਰਡ ਪੁਆਇੰਟ ਇਜ਼ freedom of entry and exit of firm. As in case of perfect competition, firms are free to enter and leave the industry under monopolistic competition. ਜਿੱਦਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੋਈ ਵੀ ਫਰਮਸ ਐਂਟਰ ਅਤੇ ਲੀਵ ਕਰ ਸਕਦੀ ਸੀ ਇੰਡਸਟਰੀ ਨੂੰ, ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਵੀ ਫਰਮਸ ਨੂੰ ਐਗਜ਼ਿਟ ਅਤੇ ਐਂਟਰ ਕਰਨ ਦੀ ਫਰੀਡਮ ਹੁੰਦੀ ਸੀ. ਚੈਂਬਰਲਿਨ ਨੇ ਜਿਹੜੀ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਦੀ ਜਗ੍ਹਾ ਗਰੁੱਪ ਵਰਡ ਨੂੰ ਯੂਜ਼ ਕੀਤਾ ਆ. ਨੈਕਸਟ ਇਜ਼ ਸੈਲਿੰਗ ਕੋਸਟ. Each firm spend a lot of funds on advertisement and publicity of its product. ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀ ਹਰ ਇੱਕ ਫਰਮ ਆ ਉਹ ਐਡਵਰਟਾਈਜ਼ਮੈਂਟ ਅਤੇ ਪਬਲਿਸਿਟੀ ਅਤੇ ਆਪਣੇ ਪ੍ਰੋਡਕਟ ਦੀ ਪਬਲਿਸਿਟੀ ਦੇ ਲਈ ਬਹੁਤ ਸਾਰਾ ਪੈਸਾ ਸਪੈਂਡ ਕਰਦੀ ਸੀ ਤਾਂ ਜੋ ਉਹਨਾਂ ਦੇ ਜਿਹੜੇ ਪ੍ਰੋਡਕਟ ਦੀ ਪਬਲਿਸਿਟੀ ਜ਼ਿਆਦਾ ਹੋਵੇ ਤਾਂ ਜੋ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਡਿਮਾਂਡ ਹੋ ਸਕੇ ਉਹਨਾਂ ਦੇ ਪ੍ਰੋਡਕਟ ਦੀ. ਫੋਰ ਐਗਜ਼ਾਮਪਲ ਨਿਊਜ਼ਪੇਪਰ ਥਰੂ, ਸਿਨੇਮਾ, ਜਰਨਲਸ, ਰੇਡੀਓਜ਼ 'ਤੇ ਹੋ ਗਿਆ, ਟੀ ਵੀ 'ਤੇ ਉਹਨਾਂ ਦੇ ਥਰੂ ਉਹ ਆਪਣੀ ਪਬਲਿਸਿਟੀ ਕਰਦੇ ਸੀ ਆਪਣੇ ਪ੍ਰੋਡਕਟ ਦੀ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਅੰਡਰ. ਐਂਡ ਦ ਐਕਸਪੈਂਸਿਸ ਉਹ ਇਨਕਰਡ ਔਰ ਕਾਲਡ ਸੈਲਿੰਗ ਕੋਸਟ ਕਿ ਜੋ ਵੀ ਪਬਲਿਸਿਟੀ ਦੇ ਉੱਪਰ ਜਾਂ ਐਡਵਰਟਾਈਜ਼ਮੈਂਟ ਦੇ ਉੱਪਰ ਇੱਕ ਫਰਮ ਆਪਣਾ ਜੋ ਪੈਸਾ ਸਪੈਂਡ ਕਰਦੀ ਆ ਉਸਨੂੰ ਕੀ ਕਿਹਾ ਜਾਂਦਾ ਸੇਲਿੰਗ ਕੋਸਟ ਕਿਹਾ ਜਾਂਦਾ. ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਸੈਲਿੰਗ ਕੋਸਟ ਹੁੰਦੀ ਆ ਬਟ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਸੈਲਿੰਗ ਕੋਸਟ ਨਹੀਂ ਹੁੰਦੀ ਬਿਕੋਜ਼ ਪਰਫੈਕਟ ਕੰਪੀਟੀਸ਼ਨ ਵਿੱਚ ਸਾਰੀਆਂ ਫਰਮਸ ਸੇਮ ਪ੍ਰੋਡਕਟ ਦਾ ਪ੍ਰੋਡਕਸ਼ਨ ਕਰਦੀਆਂ. ਪ੍ਰੋਡਕਟ ਬਿਲਕੁਲ ਸੇਮ ਹੁੰਦਾ, ਕੁਆਲਿਟੀ ਵਾਈਜ਼ ਪ੍ਰਾਈਸ ਵੀ ਫਿਕਸ ਹੁੰਦੀ ਆ ਇਸ ਲਈ ਉਹਨਾਂ ਨੂੰ ਸੈਲਿੰਗ ਕੋਸਟ ਦੀ ਜ਼ਰੂਰਤ ਨਹੀਂ ਪੈਂਦੀ, ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ. ਬਟ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਕਿਉਂਕਿ ਪ੍ਰੋਡਕਟ ਡਿਫਰੈਂਸ਼ੀਅਲ ਹੁੰਦਾ ਆ ਉਹਨਾਂ ਦੇ ਕਲੋਜ਼ ਸਬਸਟੀਟਿਊਟਸ ਵੀ ਅਵੇਲੇਬਲ ਹੁੰਦੇ ਆ ਇਸ ਕਰਕੇ ਸੈਲਿੰਗ ਕੋਸਟ ਹੁੰਦੀ ਆ ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ. ਨੈਕਸਟ ਇਜ਼ ਪਾਰਸ਼ੀਅਲ ਕੰਟਰੋਲ ਓਵਰ ਪ੍ਰਾਈਸ. ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਹਰ ਇੱਕ ਫਰਮ ਦਾ ਆਪਣੇ ਪ੍ਰੋਡਕਟ ਦੀ ਪ੍ਰਾਈਸ ਉੱਪਰ ਲਿਮਿਟਡ ਕੰਟਰੋਲ ਹੁੰਦਾ ਆ. ਮੋਨੋਪਲਿਸਟਿਕ ਕੰਪੀਟੀਸ਼ਨ ਦੇ ਵਿੱਚ ਐਵਰੇਜ ਅਤੇ ਮਾਰਜਨਲ ਰੈਵਨਿਊ ਜਿਹੜੀਆਂ ਕਰਵ ਆ ਉਹ ਕੀ ਡਾਊਨਵਰਡ ਸਲੋਪ ਹੁੰਦੀਆਂ ਜਿਵੇਂ ਕਿ ਮੋਨੋਪਲੀ ਦੇ ਕੇਸ ਵਿੱਚ ਹੁੰਦੀਆਂ ਆ. ਇਟ ਮੀਨਸ ਕਿ ਅਗਰ ਫਰਮਸ ਚਾਹੁੰਦੀ ਹੈ ਕਿ ਉਹ ਆਪਣੇ ਪ੍ਰੋਡਕਟਸ ਦੀਆਂ ਜ਼ਿਆਦਾ ਯੂਨਿਟਸ ਨੂੰ ਸੇਲ ਕਰੇ ਤਾਂ ਉਸਨੂੰ ਆਪਣੀ ਜਿਹੜੀ ਪ੍ਰਾਈਸ ਆ ਪਰ ਯੂਨਿਟ ਉਸਨੂੰ ਘੱਟ ਕਰਨਾ ਪਏਗਾ. ਔਨ ਦਾ ਅਦਰ ਹੈਂਡ ਓਨਲੀ ਲੈਸ ਕੈਨ ਬੀ ਸੋਲਡ ਐਟ ਦਾ ਹਾਇਰ ਪ੍ਰਾਈਸ. Next is limited mobility. Under monopolistic competition, neither the factors of production nor goods and service are perfect mobile. That means कि monopolistic competition ਦੇ ਵਿੱਚ factors of production, goods and service ਦੀ ਜਿਹੜੀ mobility ਆ ਉਹ ਬਹੁਤ ਹੀ limited ਹੁੰਦੀ ਆ. Next is imperfect knowledge. ਇਮਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੇ ਬਾਇਰਸ ਨੂੰ ਪ੍ਰੋਡਕਟ ਦੀ ਪ੍ਰਾਈਸ ਦੇ ਬਾਰੇ ਪਰਫੈਕਟ ਨੌਲੇਜ ਨਹੀਂ ਹੁੰਦੀ ਬਿਕੋਜ਼ ਇਟ ਇਜ਼ ਨੋਟ ਪੋਸੀਬਲ ਟੂ ਕੰਪੇਅਰ ਦਾ ਪ੍ਰੋਡਕਟ
ऑफ डिफरेंट फर्म्स ड्यू टू प्रोडक्ट डिफरेंशिएशन क्योंकि मोनोपोलिस्टिक कंपीटीशन ਦੇ ਵਿੱਚ ਹਰ ਇੱਕ ਫਰਮ ਦਾ ਜਿਹੜਾ ਪ੍ਰੋਡਕਟ ਹੁੰਦਾ ਉਹ ਡਿਫਰੈਂਟ ਹੁੰਦਾ ਆ ਇਸ ਲਈ ਜਿਹੜੇ ਬਾਇਰਸ ਆ ਕੰਜ਼ਿਊਮਰ ਦੇ ਲਈ ਇਹ ਪੋਸੀਬਲ ਨਹੀਂ ਹੁੰਦਾ ਕਿ ਹਰ ਇੱਕ ਜਿਹੜੀ ਫਰਮਸ ਦੇ ਪ੍ਰੋਡਕਟ ਨੂੰ ਇਹ ਪੋਸੀਬਲ ਨਹੀਂ ਹੁੰਦਾ ਕਿ ਹਰ ਇੱਕ ਫਰਮਸ ਦੇ ਪ੍ਰੋਡਕਟ ਨੂੰ ਕੰਪੇਅਰ ਕਰ ਸਕੇ ਇਸ ਤਰ੍ਹਾਂ ਜਦੋਂ ਬਾਇਰਸ ਕਿਸੇ ਪਰਟੀਕੂਲਰ ਬ੍ਰਾਂਡ ਦੇ ਲਈ ਆਪਣੀ ਲਾਈਕਿੰਗ ਨੂੰ ਡਿਵੈਲਪ ਕਰ ਲੈਂਦਾ ਆ ਦੈਨ ਉਹ ਉਸ ਨੂੰ ਹੀ ਡਿਮਾਂਡ ਕਰਦਾ ਆ ਐਂਡ ਇਸ ਤੋਂ ਇਲਾਵਾ ਅਗਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇੱਕ ਬ੍ਰਾਂਡ ਆਪਣੀ ਪ੍ਰਾਈਸ ਬਹੁਤ ਜ਼ਿਆਦਾ ਹਾਈ ਕਰ ਦਿੰਦਾ ਹੈ ਤਾਂ ਬਾਇਰ ਕੀ ਕਰਦਾ ਦੂਸਰੇ ਪ੍ਰੋਡਕਟ ਨੂੰ ਦੂਸਰੀ ਫਰਮ ਦੇ ਪ੍ਰੋਡਕਟ ਨੂੰ ਬਾਏ ਕਰਨਾ ਸਟਾਰਟ ਕਰ ਦਿੰਦਾ ਨੈਕਸਟ ਇਜ਼ ਨੋਨ ਪ੍ਰਾਈਸ ਕੰਪੀਟੀਸ਼ਨ ਮੋਨੋਪੋਲਿਸਟਿਕ ਕੰਪੀਟੀਸ਼ਨ ਦਾ ਅਨਦਰ ਫੀਚਰ ਕੀ ਆ ਕਿ ਜਿਹੜੀਆਂ ਡਿਫਰੈਂਟ ਫਰਮਸ ਆ ਉਹ ਕੰਪੀਟ ਕਰਦੀਆਂ ਇੱਕ ਦੂਜੇ ਨਾਲ ਆਪਣੇ ਪ੍ਰੋਡਕਟ ਦੀ ਪ੍ਰਾਈਸ ਨੂੰ ਚੇਂਜ ਕੀਤੇ ਬਿਨਾਂ ਫੋਰ ਐਗਜ਼ਾਮਪਲ ਦੋ ਫਰਮਸ ਆ ਜੋ ਕਿ ਵਾਸ਼ਿੰਗ ਪਾਊਡਰ ਪ੍ਰੋਡਿਊਸ ਕਰਦੀਆਂ ਸਰਫ ਐਕਸਲ ਐਂਡ ਟਾਈਡ ਕਿ ਸਰਫ ਐਕਸਲ ਵਾਲੀ ਜਿਹੜੀ ਕੰਪਨੀ ਉਹ ਫ੍ਰੀ ਗਿਫਟਸ ਆਫਰ ਕਰਦੀ ਆ ਫੋਰ ਐਗਜ਼ਾਮਪਲ ਉਹ ਕੀ ਕਰਦੇ ਆ ਕਿ 1 ਸਟੀਲ ਦਾ ਸਪੂਨ ਨਾਲ ਗਿਫਟ ਦੇਵਾਂਗੇ ਟਾਈਡ ਵਾਲੇ ਕੀ ਕਹਿੰਦੇ ਆ ਅਸੀਂ ਕਿ ਤੁਹਾਨੂੰ ਨਾਲ ਇੱਕ ਬਾਊਲ ਨਾਲ ਗਿਫਟ ਕਰਾਂਗੇ ਇਸ ਤਰ੍ਹਾਂ ਜਿਹੜੀਆਂ ਦੋਨੋਂ ਫਰਮਸ ਆ ਉਹ ਕੰਪੀਟ ਕਰਦੀਆਂ ਇੱਕ ਦੂਸਰੇ ਨਾਲ ਆਪਣੇ ਜਿਹੜੇ ਪ੍ਰੋਡਕਟ ਦੇ ਨਾਲ ਫ੍ਰੀ ਗਿਫਟ ਆਫਰ ਕਰਕੇ ਤਾਂ ਜੋ ਜਿਹੜੇ ਆਪਣੇ ਉਹ ਕਸਟਮਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਕਰ ਸਕਣ ਐਂਡ ਸੱਚ ਕੰਪੀਟੀਸ਼ਨ ਇਜ਼ ਕਾਲਡ ਨੋਨ ਪ੍ਰਾਈਸ ਕੰਪੀਟੀਸ਼ਨ ਜਿਸ ਵਿੱਚ ਪ੍ਰਾਈਸ ਨਹੀਂ ਘੱਟ ਕਰਦੇ ਆਪਣੇ ਪ੍ਰੋਡਕਟਸ ਦੇ ਨਾਲ ਅਦਰ ਗਿਫਟਸ ਪ੍ਰੋਵਾਈਡ ਕਰਕੇ ਉਹਨਾਂ ਨੂੰ ਕਸਟਮਰ ਨੂੰ ਅਟਰੈਕਟ ਕਰਦੇ ਆ ਐਂਡ ਦ ਪ੍ਰਾਈਜ਼ ਆਫ ਫੈਕਟਰਸ ਐਂਡ ਟੈਕਨੋਲੋਜੀ ਆਰ ਅਜ਼ਿਊਮ ਟੂ ਬੀ ਗਿਵਨ ਇਸ ਦੇ ਵਿੱਚ ਇੱਕ ਅਜ਼ਿਊਮ ਕੀ ਕੀਤਾ ਜਾਂਦਾ ਕਿ ਫੈਕਟਰਸ ਅਤੇ ਟੈਕਨੋਲੋਜੀ ਦੀ ਜਿਹੜੀ ਪ੍ਰਾਈਜ਼ ਉਹ ਗਿਵਨ ਆ ਫਿਕਸਡ ਆ ਐਂਡ ਨੈਕਸਟ ਇਜ਼ ਡਿਮਾਂਡ ਐਂਡ ਕੋਸਟ ਕਰਵ ਆਫ ਆਲ ਦੀ ਪ੍ਰੋਡਕਟਸ ਆਰ ਯੂਨੀਫਾਰਮ ਥਰੂ ਆਊਟ ਦਾ ਗਰੁੱਪ